ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਦਾ ਸਵਾਗਤ ਕਰਦੀ ਹਾਂ। ਦਰਸ਼ਕੋ, ਜਿਵੇਂ ਕਿ ਸਵੇਰੇ ਹੀ ਤੁਹਾਡੇ ਨਾਲ ਸੂਚਨਾ ਸਾਂਝੀ ਕੀਤੀ ਸੀਗੀ, ਬਹੁਤ ਹੀ ਦੁਖਦਾਈ ਖਬਰ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਹੋਣਾ ਦੇ ਜਾਣ ਕਰਕੇ। ਤੇ ਪ੍ਰਿੰਸੀਪਲ ਸੁਰਿੰਦਰ ਸਿੰਘ, ਮਾਫ ਕਰਨਾ ਜੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਣਾ ਦੇ ਜਾਣ ਕਰਕੇ ਸਾਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ, ਕਦੇ ਨਾ ਪੂਰਾ ਹੋਣ ਵਾਲਾ। ਬਹੁਤ ਹੀ ਨਿੱਘੇ ਸੁਭਾਅ ਦੇ, ਇੱਕ ਚੰਗੀ ਸ਼ਖਸੀਅਤ ਦੇ ਮਾਲਕ ਸਨ। ਸਾਡੇ ਧਰਮ ਦੇ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਨਿਭਾਇਆ। ਉਹਨਾਂ ਨੂੰ ਜਿੰਨੇ ਵੀ ਪ੍ਰਮਾਤਮਾ ਵਾਹਿਗੁਰੂ ਨੇ ਜ਼ਿੰਦਗੀ ਬਖਸ਼ੀ, ਉਹਨਾਂ ਨੇ ਗੁਰੂ ਘਰ ਦੇ ਲੇਖੇ ਲਾਈ, ਧਰਮ ਪ੍ਰਚਾਰ ਦੇ ਕੰਮਾਂ ਦੇ ਵਿੱਚ ਲਗਾਈ। ਤਾਂ ਉਹਨਾਂ ਦੀ ਸ਼ਖਸੀਅਤ ਨੂੰ ਬਹੁਤ ਹੀ ਨੇੜਿਓਂ ਜਾਣਦੇ ਸਨ। ਉਹਨਾਂ ਨਾਲ ਕਾਫੀ ਸਮਾਂ ਗੱਲਬਾਤ ਦੇ ਦੌਰਾਨ ਵੀ ਬਤਾਇਆ। ਸਾਡੇ ਨਾਲ ਵੀਰ ਮਨਮੋਹਨ ਸਿੰਘ ਜੀ, ਵੀਰ ਜੀ ਜੁੜੇ ਹੋਏ ਨੇ ਪੁੰਛ ਤੋਂ, ਕਿਉਂਕਿ ਸਿੱਖ ਮਿਸ਼ਨਰੀ ਕਾਲਜ ਦੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਵੀ ਰਹੇ ਨੇ। ਤੇ ਇਹ ਵੀ ਜਿੱਦਾਂ ਕਿ ਪ੍ਰਚਾਰ ਪ੍ਰਸਾਰ ਕਰਦੇ ਨੇ ਵੀਰ ਜੀ ਹੋਣੀ, ਵੀਰ ਮਨਮੋਹਨ ਸਿੰਘ ਜੀ ਹੋਣੀ, ਕਿ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਜੁੜੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ। ਤੇ ਆਪਾਂ ਪਹਿਲਾਂ ਇਹਨਾਂ ਦਾ ਇੱਕ ਬਾਣੀ ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ, ਫਿਰ ਗੱਲਾਂ ਕਰਾਂਗੇ ਆਪਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਣਾ ਦੀ ਸ਼ਖਸੀਅਤ ਦੇ ਬਾਰੇ ਵਿੱਚ। ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਪਿਆ? ਇੱਕ ਗਿਆਨ ਦਾ ਸੋਮਾ ਸਨ, ਬਹੁਤ ਸੋਹਣੇ ਵਿਚਾਰ ਹੁੰਦੇ ਸਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਣਾ ਦੇ। ਤੇ ਮੈਂ ਚਾਹਾਂਗੀ ਤੁਸੀਂ ਉਹਨਾਂ ਨਾਲ ਕਾਫੀ ਨੇੜੇ ਉਹਨਾਂ ਨੂੰ ਜਾਣਦੇ ਸੀ, ਉਹਨਾਂ ਦੇ ਜੀਵਨ, ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੇ ਪਿਛੋਕੜ ਬਾਰੇ ਵਿੱਚ ਸਾਨੂੰ ਦੱਸੋ ਤੇ ਜ਼ਰੂਰ ਜੀ। ਹਾਂਜੀ, ਬਹੁਤ ਜਿਵੇਂ ਆਪ ਜੀ ਨੇ ਦੱਸਿਆ ਕਿ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਸਿੱਖ ਕੌਮ ਨੂੰ ਸੁਰਿੰਦਰ ਸਿੰਘ ਜੀ ਦੇ ਸੰਸਾਰ ਫਾਨੀ ਤੋਂ ਅਕਾਲ ਚਲਾਣਾ ਕਰਨ ਦੇ ਨਾਲ ਪਿਆ ਹੈ। ਮੇਰੇ ਕੋਲ ਸ਼ਬਦ ਨਹੀਂ, ਮੈਂ ਵੀਰ ਜੀ ਦੀ ਸ਼ਖਸੀਅਤ ਦੇ ਬਾਰੇ ਚ ਆਪ ਜੀ ਦੇ ਨਾਲ ਕੋਈ ਵਿਚਾਰ ਸਾਂਝੀ ਕਰ ਸਕਾਂ। ਵੀਰ ਸੁਰਿੰਦਰ ਸਿੰਘ ਜੀ ਸਿੱਖ ਕੌਮ ਦੇ ਇੱਕ ਅਣਥੱਕ, ਨਿਸ਼ਕਾਮ, ਪੂਰਨ ਤੌਰ ਦੇ ਉੱਤੇ ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਸਮਰਪਿਤ ਸ਼ਖਸੀਅਤ ਸਨ। ਇੱਕ ਇਹੋ ਜਿਹੇ ਪ੍ਰਚਾਰਕ, ਨਿਰਧੜਕ ਪ੍ਰਚਾਰਕ, ਜਿਨ੍ਹਾਂ ਦਾ ਸੰਗਤ ਦੇ ਉੱਤੇ ਉਹਨਾਂ ਦੇ ਬੋਲਾਂ ਦਾ ਬਹੁਤ ਵੱਡਾ ਅਸਰ ਸੀ। ਕਰਨੀ ਤੇ ਕਥਨੀ ਦੇ ਉੱਚੇ ਸੁੱਚੇ ਜੀਵਨ ਵਾਲੇ ਵੀਰ ਸੁਰਿੰਦਰ ਸਿੰਘ ਜੀ ਠੀਕ ਅੱਜ ਸਾਡੇ ਕੋਲ ਸੰਸਾਰ ਦੇ ਵਿੱਚ ਸਰੀਰਕ ਤੌਰ ਦੇ ਉੱਤੇ ਨਹੀਂ ਰਹੇ। ਉਸ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਹੈ, ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ। ਪਰ ਦੂਜੀ ਗੱਲ ਇਹ ਜ਼ਰੂਰ ਹੈ ਕਿ ਉਹਨਾਂ ਵੱਲੋਂ ਸਿੱਖ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪਾਏ ਗਏ ਆਪਣੇ ਨਿੱਘੇ ਯੋਗਦਾਨ ਨੂੰ ਸਦੀਵੀ ਤੌਰ ਦੇ ਉੱਤੇ ਕੌਮ ਯਾਦ ਰੱਖੇਗੀ। ਆਪ ਜੀ ਨੇ ਮੇਰੇ ਤੋਂ ਸਵਾਲ ਕੀਤਾ ਹੈ ਕਿ ਉਹਨਾਂ ਦੇ ਨਿੱਜੀ ਜੀਵਨ ਦੇ ਬਾਰੇ ਚ ਜੋ ਸਾਡੇ ਕੋਲ ਜਾਣਕਾਰੀ ਹੈ। ਵੀਰ ਜੀ 15 ਮਈ 1956 ਨੂੰ ਸਰਦਾਰ ਅਜੀਤ ਸਿੰਘ ਜੀ ਪਿਤਾ ਜੀ ਦੇ ਘਰ ਮਾਤਾ ਦੀ ਕੁੱਖ ਤੋਂ ਇਹਨਾਂ ਦਾ ਜੋ ਜਨਮ ਸੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ। ਮੁੱਢਲੀ ਵਿਦਿਆ ਇਹਨਾਂ ਨੇ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਤੋਂ ਹੀ ਪ੍ਰਾਪਤ ਕੀਤੀ ਅਤੇ ਜੋ ਗ੍ਰੈਜੂਏਸ਼ਨ ਸੀ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਾਲਸਾ ਕਾਲਜ ਅਨੰਦਪੁਰ ਸਾਹਿਬ ਤੋਂ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਇਹਨਾਂ ਦੇ ਨਾਨਕੇ ਤੇ ਦਾਦਕੇ ਪਰਿਵਾਰ ਗੁਰਮਤ ਦੇ ਧਾਰਨੀ, ਗੁਰਮਤ ਤੇ ਪਰਨਾਏ ਹੋਏ ਪਰਿਵਾਰ ਸਨ, ਜਿੱਥੋਂ ਇਹਨਾਂ ਨੂੰ ਗੁਰਮਤ ਦੀ ਮੁੱਢਲੀ ਜੋ ਵਿਦਿਆ ਹੈ ਉਹ ਵੀਰ ਜੀ ਨੂੰ ਪ੍ਰਾਪਤ ਹੋਈ। ਅਤੇ ਉਸ ਤੋਂ ਬਾਅਦ ਵੀਰ ਜੀ ਸਾਰਾ ਜੀਵਨ ਗੁਰਮਤ ਨੂੰ ਸਮਰਪਿਤ ਸ਼ਖਸੀਅਤ, ਨਿਮਾਣੇ ਸੇਵਕ ਵਜੋਂ ਉਹਨਾਂ ਨੇ ਆਪਣਾ ਜੀਵਨ ਜੋ ਹੈ ਗੁਜ਼ਾਰਿਆ। ਵੀਰ ਜੀ ਦਾ ਜੋ ਆਨੰਦ ਕਾਰਜ ਸੀ ਉਹ 8 ਜੁਲਾਈ 1987 ਨੂੰ ਬੀਬੀ ਭੁਪਿੰਦਰ ਕੌਰ ਜੀ ਦੇ ਨਾਲ ਹੋਇਆ। ਇੱਕ ਸੁਪੁੱਤਰ ਸਰਦਾਰ ਅਮਨਦੀਪ ਸਿੰਘ ਜੀ ਤੇ ਬੇਟੀ ਇੰਦਰਪ੍ਰੀਤ ਕੌਰ, ਜੋ ਉਹ ਇਹਨਾਂ ਦੇ ਇੱਕ ਬੇਟਾ ਤੇ ਬੇਟੀ ਹਨ। ਪਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਦੇ ਅੰਦਰ ਅਸੀਂ ਇਹਨਾਂ ਦੇ ਪਰਿਵਾਰ ਦੇ ਯੋਗਦਾਨ ਨੂੰ ਵੀ ਕਦੀ ਨਹੀਂ ਭੁੱਲ ਸਕਾਂਗੇ, ਕਿਉਂਕਿ ਕੋਈ ਵੀ ਸਮਾਜਿਕ ਜਾਂ ਧਾਰਮਿਕ ਖੇਤਰ ਦੇ ਵਿੱਚ ਵਿਚਰਨ ਵਾਲੀ ਕੋਈ ਵੀ ਸ਼ਖਸੀਅਤ ਹੈ ਜਿਸ ਨੇ ਆਪਣਾ ਸਭ ਕੁਝ ਕੌਮ ਦੇ ਵਾਸਤੇ, ਸਮਾਜ ਦੇ ਵਾਸਤੇ ਵਾਰਿਆ ਹੋਵੇ, ਉਹਦੇ ਪਿੱਛੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਘਾਲਨਾ ਹੁੰਦੀ ਹੈ, ਕਿਉਂਕਿ ਉਹ ਆਪਣਾ ਸਾਰਾ ਜੀਵਨ ਜਦੋਂ ਸਮਰਪਿਤ ਕਰਦੇ ਨੇ ਤੇ ਕਰਦਿਆਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਤਾਂ ਜੋ ਨੇ ਉਹਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਸੋ ਵੀਰ ਜੀ ਦਾ ਮੁੱਢਲਾ ਜੀਵਨ ਜੋ ਸੀ ਉਹ ਗੁਰਮਤ ਆਪਣੇ ਘਰ ਪਰਿਵਾਰ ਚੋਂ ਲੱਭੀ। ਉਸ ਤੋਂ ਬਾਅਦ ਉਹਨਾਂ ਦਾ ਸੰਪਰਕ ਜੋ ਸੀ ਉਹ ਸਤਿਕਾਰਯੋਗ ਸਾਬਕਾ ਚੇਅਰਮੈਨ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਸਰਦਾਰ ਹਰਭਜਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਵਿਚਰਦੇ ਜੋ ਸਾਡੇ ਸੀਨੀਅਰ ਸਾਥੀ ਸਨ
ਜਿਨ੍ਹਾਂ ਦੇ ਵਿੱਚ ਵੀਰ ਹਰਜੀਤ ਸਿੰਘ ਜੀ ਸਨ, ਮਹਿੰਦਰ ਸਿੰਘ ਜੀ ਜੋਸ਼ ਸਨ, ਰਾਜਾ ਸਿੰਘ ਜੀ ਜਲੰਧਰ ਵਾਲੇ ਸਨ ਤੇ ਹੋਰ ਜੋ ਵੀ ਸਤਿਕਾਰਯੋਗ ਸ਼ਖਸੀਅਤਾਂ ਹਨ, ਉਹਨਾਂ ਦੇ ਨਾਲ ਇਹਨਾਂ ਦਾ ਸੰਪਰਕ ਰਿਹਾ ਅਤੇ ਸਾਰਿਆਂ ਨੇ ਮਿਲ ਕੇ ਸਿੱਖ ਧਰਮ ਦੇ ਵਿੱਚ ਯੋਗਦਾਨ ਜੋ ਹੈ ਪ੍ਰਚਾਰ ਪ੍ਰਸਾਰ ਦੇ ਅੰਦਰ ਬਹੁਤ ਵੱਡਾ ਯੋਗਦਾਨ ਪਾਇਆ। ਵੀਰ ਜੀ ਨੇ 2 ਸਾਲਾ ਸਿੱਖ ਮਿਸ਼ਨਰੀ ਕਾਲਜ ਕੋਰਸ ਜੋ ਸੀ ਉਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪਹਿਲੇ ਦਰਜੇ ਦੇ ਉੱਤੇ ਵੀਰ ਜੀ ਨੇ ਪ੍ਰਾਪਤ ਕੀਤਾ ਸੀ। 1995 ਦੇ ਅੰਦਰ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਜੀ ਦੀ ਜੋ ਸੀ ਨੀਂਹ ਪੱਥਰ ਸਮਝੋ ਅਸੀਂ ਕਹਿ ਸਕਦੇ ਹਾਂ, ਵੀਰ ਸੁਰਿੰਦਰ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਰੈਗੂਲਰ ਸਿੱਖ ਮਿਸ਼ਨਰੀ ਕਾਲਜ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਵੀਰ ਜੀ ਅਕਾਲ ਗੁਰਮਤ ਜੋ ਹੈ ਅਕਾਲ ਗੁਰਮਤ ਸੰਗੀਤ ਅਕੈਡਮੀ ਅਤੇ ਨੇਤਰਹੀਨ ਸੰਗੀਤ ਵਿਦਿਆਲੇ ਜੋ ਹੈ, ਇਹਨਾਂ 2 ਵਿਦਿਆਲਿਆਂ ਦੇ ਅੰਦਰ ਪ੍ਰਿੰਸੀਪਲ ਦੇ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੀ ਜੋ ਹੈ ਇੱਕ ਰੈਗੂਲਰ ਸਿੱਖ ਮਿਸ਼ਨਰੀ ਕਾਲਜ ਇਹਨਾਂ ਨੇ ਸ਼ੁਰੂ ਕੀਤਾ ਅਤੇ ਉਸ ਕਾਲਜ ਦੀ ਬਹੁਤ ਵੱਡੀ ਦੇਣ ਅੱਜ ਸਿੱਖ ਕੌਮ ਨੂੰ ਹੈ। ਵੀਰ ਜੀ ਵੱਲੋਂ ਤਿਆਰ ਕੀਤੇ ਗਏ ਬਹੁਤ ਸਾਰੇ ਪ੍ਰਚਾਰਕ ਜੋ ਕੀਰਤਨੀ ਸਿੰਘਾਂ ਦੇ ਰੂਪ ਵਿੱਚ, ਕਥਾਵਾਚਕ ਸਿੰਘਾਂ ਦੇ ਰੂਪ ਵਿੱਚ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਲੈਕਚਰ ਦੇ ਰਹੇ ਨੇ, ਚੰਗਾ ਜੋ ਯੋਗਦਾਨ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਉਹ ਪ੍ਰਚਾਰਕ ਜੋ ਇਹਨਾਂ ਵੱਲੋਂ ਤਿਆਰ ਕੀਤੇ ਗਏ, ਜਿਹੜੇ ਜੀਵਨ ਪੱਖੋਂ ਵੀ ਉੱਚੇ ਸੁੱਚੇ ਜੀਵਨ ਵਾਲੇ ਨੇ ਅਤੇ ਨਿਸ਼ਕਾਮ ਨੇ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਜੋ ਹੈ ਉਹ ਅੱਜ ਸਿੱਖ ਮਿਸ਼ਨਰੀ ਕਾਲਜ ਦੇ ਉਹ ਪ੍ਰਚਾਰਕ ਜੋ ਨੇ ਉਹ ਆਪਣੀ ਕੌਮ ਦੇ ਪ੍ਰਚਾਰ ਪ੍ਰਸਾਰ ਵਿੱਚ ਪਾ ਰਹੇ ਨੇ। ਵੀਰ ਸੁਰਿੰਦਰ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਦੀ ਸੁਪਰੀਮ ਜੋ ਕੌਂਸਲ ਹੈ ਉਸ ਤੇ ਵੀ ਲੰਬੇ ਸਮੇਂ ਤੋਂ ਜੋ ਨੇ ਉਹ ਇੱਕ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ। 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਰਵਉੱਚ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ, ਉਸ ਦੇ ਵੀ ਵੀਰ ਜੀ ਜੋ ਨੇ ਮੈਂਬਰ ਅਨੰਦਪੁਰ ਸਾਹਿਬ ਤੋਂ ਲਗਾਤਾਰ ਆ ਰਹੇ ਸਨ ਅਤੇ ਇਹਨਾਂ ਨੇ ਉੱਥੇ ਜੋ ਮਿਊਨਿਸਪਲ ਕੌਂਸਲ ਹੈ ਉਹਦੇ ਅੰਦਰ ਵੀ ਆਪਣਾ ਯੋਗਦਾਨ ਇੱਕ ਮੈਂਬਰ ਦੇ ਵਜੋਂ ਜੋ ਹੈ ਪਾਇਆ ਅਤੇ ਉੱਥੇ ਦੀਆਂ ਇਲਾਕੇ ਦੀਆਂ ਜੋ ਸੰਗਤਾਂ ਸਨ ਉਹ ਵੀਰ ਜੀ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਕਰਦੀਆਂ ਸਨ। ਵੀਰ ਜੀ ਦੇ ਜੀਵਨ ਨੂੰ ਜਦੋਂ ਅਸੀਂ ਪ੍ਰਚਾਰਕ ਦੇ ਤੌਰ ਦੇ ਉੱਤੇ ਦੇਖਦੇ ਹਾਂ, ਇੱਕ ਨਿਹਾਇਤ ਹੀ ਸ਼ਰੀਫ, ਨਾਨ ਕੰਟਰੋਵਰਸ਼ੀਅਲ ਅਤੇ ਸਭ ਤੋਂ ਵੱਡੀ ਗੱਲ ਕਿ ਪੂਰਨ ਤੌਰ ਦੇ ਉੱਤੇ ਗੁਰਮਤ ਨੂੰ ਸਮਰਪਿਤ ਜੀਵਨ ਸੀ ਉਹਨਾਂ ਦਾ। ਬੜਾ ਪੰਥ ਦਰਦ ਉਹਨਾਂ ਦੇ ਹਿਰਦੇ ਦੇ ਅੰਦਰ ਸੀ। ਜਿੱਥੇ ਵੀ ਕਿਤੇ ਸਮਾਗਮ ਹੁੰਦੇ ਵੀਰ ਜੀ ਉੱਥੇ ਪਹੁੰਚਦੇ ਅਤੇ ਖਾਸ ਕਰਕੇ ਵੀਰ ਜੀ ਦੇ ਵਿਸ਼ੇ ਨੂੰ ਸੁਣਨ ਵਾਸਤੇ ਜਿਤਨੀਆਂ ਵੀ ਇਲਾਕੇ ਦੀਆਂ ਸੰਗਤਾਂ ਜਾਂ ਸਾਡੇ ਸਿੱਖ ਮਿਸ਼ਨਰੀ ਕਾਲਜ ਦੇ ਜੋ ਨੌਜਵਾਨ ਪ੍ਰਚਾਰਕ ਜਾਂ ਜੋ ਕਾਲਜ ਨਾਲ ਸੰਬੰਧਿਤ ਮੈਂਬਰ ਹੁੰਦੇ ਸਨ, ਉਹ ਬੜੇ ਚਾਅ ਦੇ ਨਾਲ ਸੁਣਦੇ ਸਨ ਕਿਉਂਕਿ ਬੜਾ ਵਿਦਵਤਾ ਭਰਪੂਰ ਅਤੇ ਖੋਜ ਭਰਪੂਰ ਵੀਰ ਜੀ ਦੇ ਜੋ ਲੈਕਚਰ ਹੋਇਆ ਕਰਦੇ ਸਨ। ਵੀਰ ਜੀ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਦਾ ਵੀ ਰੋਗੀ ਸਨ, ਪਰ ਸਾਨੂੰ ਇਸ ਗੱਲ ਦਾ ਮਾਣ ਤੇ ਫਖਰ ਸੀ ਕਿ ਸਰੀਰਕ ਤੌਰ ਦੇ ਉੱਤੇ ਭਾਵੇਂ ਉਹਨਾਂ ਨੂੰ ਰੋਗ ਸੀ, ਲੇਕਿਨ ਆਤਮਿਕ ਅਵਸਥਾ ਵੀਰ ਜੀ ਦੀ ਇਤਨੀ ਉੱਚੀ ਸੀ ਕਿ ਉਹਨਾਂ ਨੇ ਆਖਰ ਦਮ ਤੱਕ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣੀ ਕਿਸੇ ਵੀ ਨਿੱਜੀ ਕਾਰਨ ਨੂੰ, ਚਾਹੇ ਉਹਨਾਂ ਦਾ ਸਰੀਰਕ ਰੋਗ ਸੀ, ਆਰਥਿਕ ਤੰਗੀਆਂ ਵੀ, ਕਿਉਂਕਿ ਜਦੋਂ ਪ੍ਰਚਾਰਕ ਨਿਸ਼ਕਾਮ ਹੋਵੇ ਤਾਂ ਉਹਨੂੰ ਆਰਥਿਕ ਤੰਗੀਆਂ ਬਹੁਤ ਆਉਂਦੀਆਂ ਨੇ, ਤਕਲੀਫ ਵੀ ਹੋ ਗਈ, ਉਹਦੇ ਉੱਤੇ ਇਲਾਜ ਵੀ ਕਰਵਾਉਣਾ, ਸਰੀਰ ਵੀ ਰੋਗੀ ਹੈ, ਸਭ ਕੁਝ ਨੂੰ ਇੱਕ ਪਾਸੇ ਰੱਖ ਕੇ ਵੀਰ ਜੀ ਨੇ ਆਪਣਾ ਪੂਰਾ ਜੀਵਨ ਜੋ ਸੀ ਉਹ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਮਰਪਿਤ ਕੀਤਾ। ਇਹਨਾਂ ਦੇ ਲਗਾਤਾਰ ਇੰਟਰਵਿਊਜ਼, ਇਹਨਾਂ ਦੇ ਲੇਖ ਜੋ ਸਨ ਉਹ ਮੈਗਜ਼ੀਨਸ ਵਗੈਰਾ ਦੇ ਵਿੱਚ, ਅਖਬਾਰਾਂ ਦੇ ਵਿੱਚ ਛਪਦੇ ਰਹੇ ਅਤੇ ਖਾਸ ਕਰਕੇ ਜਦੋਂ ਵੀ ਇਹਨਾਂ ਨੇ ਦੇਖਿਆ ਕਿ ਕੋਈ ਵੀ ਪੰਥ ਦੁਸ਼ਮਣ ਕਿਸੇ ਵੀ ਸੰਸਥਾ, ਕਿਸੇ ਵੀ ਜਥੇਬੰਦੀ, ਕਿਸੇ ਵੀ ਬੰਦੇ ਨੇ ਜਾਂ ਜਿਹਦੇ ਵਿੱਚ ਇਹਨਾਂ ਨੂੰ ਮਹਿਸੂਸ ਹੋਇਆ ਕਿ ਕੌਮ ਦੇ ਬਹੁਤ ਵੱਡਾ ਨੁਕਸਾਨ ਜੋ ਹੈ ਇਹ ਕਿਸੇ ਦਾ ਐਕਸ਼ਨ, ਕਿਸੇ ਦੇ ਬੋਲ ਕਰ ਸਕਦੇ ਨੇ, ਤਾਂ ਇੱਕਦਮ ਨਿਰਧੜਕ ਹੋ ਕੇ ਉਹ ਮੈਦਾਨ ਦੇ ਵਿੱਚ ਉਤਰਦੇ ਰਹੇ ਅਤੇ ਉਹਦੇ ਬਾਰੇ ਦੇ ਵਿੱਚ ਆਪਣੀਆਂ ਵਿਚਾਰਾਂ ਜੋ ਸਨ ਉਹ ਬਿਲਕੁਲ ਸਾਫ਼ ਤੌਰ ਦੇ ਉੱਤੇ ਜੋ ਅਸੀਂ ਸੰਗਤਾਂ ਦੇ ਸਾਹਮਣੇ ਰੱਖਦੇ ਰਹੇ। ਵੀਰ ਜੀ ਦੇ ਜਦੋਂ ਅਸੀਂ ਜੀਵਨ ਨੂੰ ਪੜ੍ਹਦੇ ਹਾਂ ਤੇ ਬਹੁਤ ਸਾਰੇ ਵੀਰ ਜੀ ਦੇ ਲੇਖ ਜੋ ਹਨ ਉਹ ਮੈਗਜ਼ੀਨਸ ਦੇ ਅੰਦਰ, ਅਖਬਾਰਾਂ ਦੇ ਅੰਦਰ ਛਪੇ। ਉਹਦੇ ਨਾਲ ਨਾਲ ਵੀਰ ਜੀ ਨੇ ਬਹੁਤ ਸਾਰੇ ਜੋ ਇਹਨਾਂ ਦੇ ਵੀਡੀਓਜ਼ ਨੇ ਜੋ ਅੱਜ ਨੈਟ ਦੇ ਉੱਤੇ ਨੇ, ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਾਡੀ ਇੱਕ ਚਲਦੀ ਕਲਾਸ ਹੈ ਸਿੱਖ ਮਿਸ਼ਨਰੀ ਕਾਲਜ ਦੇ, ਉਹਦੇ ਵਿੱਚ ਸਵਾਲ ਜਵਾਬ, ਅਤੇ ਕਈ ਵਾਰ ਅਸੀਂ ਹੈਰਾਨ ਹੋ ਜਾਂਦੇ ਸੀ ਕਿ ਇਤਨੇ ਖੋਜ ਜੋ ਹੈ ਵੀਰ ਜੀ ਕਰਦੇ ਨੇ ਅਤੇ ਫਿਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਪੰਥ ਦੇ ਭਲੇ ਦੇ ਵਾਸਤੇ ਹਰ ਵੇਲੇ ਵੀਰ ਜੀ ਜੋ ਨੇ ਤਤਪਰ ਰਹਿੰਦੇ ਸਨ। ਸੋ ਜਿੱਥੇ ਤੱਕ ਵੀਰ ਜੀ ਦੇ ਜੀਵਨ ਦੀ ਗੱਲ ਹੈ, ਜੋ ਉਹਨਾਂ ਨੇ ਗੁਰਮਤ ਦੀ ਗੱਲ ਸਟੇਜ ਤੋਂ ਸੰਗਤ ਤੱਕ ਪਹੁੰਚਾਉਣ ਦਾ ਯਤਨ ਕੀਤਾ, ਵੀਰ ਜੀ ਨੇ ਆਪਣੇ ਨਿੱਜੀ ਜੀਵਨ ਦੇ ਅੰਦਰ, ਆਪਣੇ ਪਰਿਵਾਰ ਦੇ ਵਿੱਚ ਵੀ ਉਸ ਨੂੰ ਪੂਰਨ ਤੌਰ ਦੇ ਉੱਤੇ ਲਾਗੂ ਕੀਤਾ। ਇਹੋ ਕਾਰਨ ਸੀ
कि इलाके ਦੀਆਂ ਸੰਗਤਾਂ ਜਥੇਬੰਦਕ ਜੋ ਸਾਡਾ ਢਾਂਚਾ ਹੈ ਸਿੱਖ ਮਿਸ਼ਨਰੀ ਕਾਲਜ ਦੇ ਜਿੱਥੇ ਵੀ ਜੋ ਵੀ ਪ੍ਰਚਾਰਕ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪਹਿਲਾਂ ਮੈਂਬਰ ਰਹੇ, ਹੁਣ ਜੂਨੀਅਰ ਮੀਤ ਪ੍ਰਧਾਨ ਪਿਛਲੇ ਸਾਲ ਹੀ ਨਵੰਬਰ ਦੇ ਅੰਦਰ ਜੋ ਹੈ ਉਹਨਾਂ ਨੂੰ ਬਣਾਇਆ ਗਿਆ ਸੀ, ਤੇ ਉਹ ਅਣਥੱਕ ਸੇਵਾ ਜੋ ਕਰ ਰਹੇ ਸਨ, ਜਿਹਦੇ ਕਾਰਨ ਸੰਗਤਾਂ ਵੀਰ ਜੀ ਨੂੰ ਬਹੁਤ ਬਹੁਤ ਪਿਆਰ ਕਰਦੀਆਂ ਸਨ। ਸਾਡੀ ਬਦਕਿਸਮਤੀ ਹੈ ਕਿ ਇੱਕ ਬਹੁਤ ਵੱਡਾ ਖਲਾ, ਇੱਕ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਸਪੇਸ ਜੋ ਹੈ ਉਹ ਪੈ ਗਈ ਹੈ ਪਿਛਲੇ ਕੁਝ ਸਮੇਂ ਤੋਂ। ਬਹੁਤ ਹੀ ਸੂਝਵਾਨ ਸਾਡੇ ਪ੍ਰਚਾਰਕ ਸੱਜਣ ਜੋ ਨੇ ਉਹ ਇੱਕ ਇੱਕ ਕਰਕੇ ਸਾਨੂੰ ਵਿਛੋੜਾ ਦੇ ਰਹੇ ਨੇ, ਜਿਹਦੇ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਨ, ਹੁਣੇ ਪਿਛਲੇ ਦਿਨਾਂ ਦੇ ਵਿੱਚ ਵੀਰ ਹਰਬੰਸ ਸਿੰਘ ਜੀ ਕਾਲਰਾ, ਉਹ ਵੀ ਐਕਸੀਡੈਂਟ ਹੋ ਕੇ ਅਚਾਨਕ ਜੋ ਹਨ ਕਿਸੇ ਧਾਰਮਿਕ ਹੀ ਕੰਮ ਦੇ ਵਾਸਤੇ ਜਾ ਰਹੇ ਸਨ, ਉਹ ਵੀ ਅਕਾਲ ਚਲਾਣਾ ਕਰ ਗਏ। ਇੱਕ ਵੀਰ ਗੁਰਮੀਤ ਸਿੰਘ ਜੀ ਬਰੇਲੀ ਸਨ, ਇੱਕ ਹੋਰ ਵੀਰ ਗੁਰਮੀਤ ਸਿੰਘ ਜੀ ਸਨ, ਤੇ ਉਹਨਾਂ ਦੇ ਨਾਲ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੇਅਰਮੈਨ ਸਨ ਜੋ ਸਾਡੇ, ਤੇ ਹੁਣ ਵੀਰ ਸੁਰਿੰਦਰ ਸਿੰਘ ਜੀ, ਤੇ ਹੋਰ ਵੀ ਬਹੁਤ ਸਾਡੀਆਂ ਮਾਨਯੋਗ ਜੋ ਸ਼ਖਸੀਅਤਾਂ ਨੇ ਉਹ ਸਾਡੇ ਤੋਂ ਵਿਛੜੀਆਂ ਨੇ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਵੀਰਾਂ ਦਾ ਜੋ ਘਾਟਾ ਹੈ ਉਹ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ। ਜਥੇਬੰਦਕ ਤੌਰ ਦੇ ਉੱਤੇ ਬਹੁਤ ਵੱਡਾ ਘਾਟਾ ਹੈ, ਪੰਥ ਨੂੰ ਬਹੁਤ ਵੱਡਾ ਘਾਟਾ ਹੈ, ਕਿਉਂਕਿ ਇਹੋ ਜਿਹੇ ਰੋਸ਼ਨ ਦਿਮਾਗ ਜੋ ਪ੍ਰਚਾਰਕ ਨੇ, ਕਿਉਂਕਿ ਮੈਂ ਖੁੱਲੇ ਤੌਰ ਦੇ ਉੱਤੇ ਕਹਿ ਦਿਆਂ ਕਿ ਆਪ ਜੀ ਦੇ ਚੈਨਲ ਦੇ ਉੱਤੇ ਵੀ ਵੀਰ ਜੀ ਨੇ 2 ਵਾਰ ਆਪ ਜੀ ਦੇ ਨਾਲ ਇੰਟਰਵਿਊ ਦਿੱਤੀ, ਅਤੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਉਹਨਾਂ ਨੇ ਗੱਲ ਕੀਤੀ। ਕਿਤਨਾ ਖੋਜ ਭਰਪੂਰ ਉਹਨਾਂ ਦਾ ਉਹ ਲੈਕਚਰ ਸੀ। ਅਸੀਂ ਹੈਰਾਨ ਹੋ ਗਏ ਕਿ ਕਿਤਨੀ ਮਿਹਨਤ ਇਸ ਉਮਰ ਦੇ ਅੰਦਰ ਰੋਗੀ ਹੁੰਦਿਆਂ ਵੀ ਕਰਕੇ ਆਪਣੀ ਕੌਮ ਦਾ ਭਲਾ ਕਰਨ ਵਾਸਤੇ ਉਹ ਜੋ ਹੈ ਹਰ ਵੇਲੇ ਤਤਪਰ ਸਨ। ਬਹੁਤ ਵੱਡਾ ਘਾਟਾ ਸਿੱਖ ਮਿਸ਼ਨਰੀ ਕਾਲਜ ਨੂੰ, ਸਿੱਖ ਕੌਮ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਆਨੰਦਪੁਰ ਸਾਹਿਬ ਦੀ ਸੰਗਤ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਪਿਆ ਹੈ, ਜੋ ਅਸੀਂ ਮਹਿਸੂਸ ਕਰਦੇ ਹਾਂ ਕਿ ਕਦੀ ਵੀ ਜੋ ਹੈ ਪੂਰਾ ਨਹੀਂ ਹੋ ਸਕਦਾ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਸਮੇਂ-ਸਮੇਂ ਸਿਰ ਵੀਰ ਜੀ ਨੂੰ ਸਨਮਾਨਿਤ ਕੀਤਾ, ਜਿਹਦੇ ਵਿੱਚ ਅਸੀਂ ਗਿਣਤੀ ਨਹੀਂ ਕਰ ਸਕਦੇ, ਤੇ ਵੀਰ ਜੀ ਨੇ ਨਿਸ਼ਕਾਮ ਹੋ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣਾ ਸਾਰਾ ਜੀਵਨ ਲਾਇਆ ਹੈ। ਰਾਤ ਨੂੰ ਹੀ ਅਚਨਚੇਤ ਕਿਤੇ ਤਕਲੀਫ ਹੋ ਗਈ। ਪਹਿਲਾਂ ਤੋਂ ਹੀ ਵੀਰ ਜੀ ਰੋਗੀ ਸਨ, ਸਰੀਰ ਰੋਗੀ ਸੀ, ਪਰ ਉਸ ਤਕਲੀਫ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਆਖਰ ਅਕਾਲ ਪੁਰਖ ਦਾ ਪਾਣਾ ਜੋ ਹੈ ਸੱਤ ਹੋਇਆ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਸ ਕੀ ਪੂਜਾ ਆਉਦ ਤਿਸੈ ਕੌਣ ਰਾਖੀ, ਦੁਨੀਆ ਦੀ ਕੋਈ ਤਾਕਤ ਕਿਸੇ ਨੂੰ ਬਚਾ ਨਹੀਂ ਸਕਦੀ। ਪਰ ਉਹ ਜੀਵਨ ਸਦੀਵੀ ਤੌਰ ਦੇ ਉੱਤੇ ਸੰਸਾਰ ਦੇ ਅੰਦਰ ਜ਼ਿੰਦਾ ਰਹਿੰਦੇ ਨੇ, ਉਹ ਸ਼ਖਸੀਅਤਾਂ ਜ਼ਿੰਦਾ ਰਹਿੰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕਰਕੇ ਜਾਂਦੀਆਂ ਨੇ। ਮੈਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਜੋ ਸਤਿਗੁਰਾਂ ਦੇ ਬਚਨ ਹਨ ਉਹ ਚੇਤੇ ਕਰ ਰਿਹਾ ਸਾਂ ਕਿ ਹਰ ਬੰਦਾ ਕਹਿੰਦਾ ਮੈਂ ਸੇਵਾ ਕਰ ਰਿਹਾ ਹਾਂ, ਮੈਂ ਸੇਵਾ ਕਰਾਂਗਾ, ਮੈਨੂੰ ਸੇਵਾ ਦਾ ਮੌਕਾ ਦੇਵੋ, ਪਰ ਮੇਰੇ ਸਤਿਗੁਰ ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਕਿ ਦੁਨੀਆ ਦੇ ਭਲੇ ਪੁਰਸ਼ੋ ਸਤਿਗੁਰੂ ਦੀ ਸੇਵਾ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਆਪਾ ਵਾਰਨਾ ਪੈਂਦਾ ਹੈ, ਘਰ-ਬਾਰ ਤਿਆਗਣਾ ਪੈਂਦਾ ਹੈ, ਆਪਣੇ ਸਰੀਰ ਦੀ, ਆਪਣੇ ਘਰ-ਬਾਰ ਦੀ, ਆਪਣੀ ਇੱਜ਼ਤ ਮਾਨ ਸ਼ੋਹਰਤ ਦੀ, ਸਭ ਕੁਝ ਦਾ ਤਿਆਗ ਕਰਕੇ ਫਿਰ ਨਿਮਰਤਾ ਵਿੱਚ ਆ ਕੇ ਗੁਰੂ ਦਾ ਗਿਆਨ ਲੈ ਕੇ ਗੁਰੂ ਦਾ ਪ੍ਰਚਾਰ ਪ੍ਰਸਾਰ ਜੋ ਕਰਨਾ ਪੈਂਦਾ ਹੈ ਗੁਰਮਤ ਦਾ, ਅਤੇ ਫਿਰ ਹਰ ਵੇਲੇ ਇੱਕੋ ਸੋਚ ਜੋ ਹੈ ਸੁਰਤੀ ਦੇ ਅੰਦਰ ਰੱਖਣੀ ਪੈਂਦੀ ਹੈ ਕਿ ਸਾਡੇ ਪੰਥ ਦੀ, ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ, ਸਤਿਗੁਰੂ ਦਾ ਸੁਨੇਹਾ ਜੋ ਹੈ ਘਰ ਘਰ ਪਹੁੰਚ ਸਕੇ। ਸਤਿਗੁਰੂ ਕਹਿੰਦੇ ਇਸ ਕਰਕੇ ਸਤਿਗੁਰੂ ਦੀ ਸੇਵਾ ਬੜੀ ਮੁਸ਼ਕਲ ਹੈ। ਜੋ ਇਹੋ ਜਿਹੀਆਂ ਨਿਰਮਲ ਸ਼ਖਸੀਅਤਾਂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ, ਕੌਮ ਨੂੰ ਸਮਰਪਿਤ ਕਰਕੇ ਆਪਣਾ ਸਾਰਾ ਜੀਵਨ ਦੇ ਕੇ ਉਹਨਾਂ ਨੇ ਕਾਲਨਾ ਕੀਤੀ, ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਕਿ ਸਤਿਗੁਰੂ ਦੀ ਸੇਵਾ ਬੜੀ ਨਿਰਮਲ ਤੇ ਪਾਕ ਹੈ, ਅਤੇ ਪਾਕ ਸ਼ਖਸੀਅਤਾਂ, ਨਿਰਮਲ ਸ਼ਖਸੀਅਤਾਂ ਜੋ ਨੇ ਜਿਨ੍ਹਾਂ ਦਾ ਜੀਵਨ ਸਾਫ਼ ਹੋਵੇ, ਪਾਕ ਹੋਵੇ, ਉਹੀਓ ਆਪਣੇ ਗੁਰੂ ਦੀ ਸੇਵਾ ਕਰ ਸਕਦੀਆਂ ਨੇ। ਤੇ ਸਤਿਗੁਰੂ ਕਹਿੰਦੇ ਨੇ ਭਈ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਉਹ ਆਪਣਾ ਜੀਵਨ ਸਮਰਪਿਤ ਕਰਦੀਆਂ ਨੇ, ਕੌਮ ਦੇ ਲੇਖੇ ਲਾਉਂਦੀਆਂ ਨੇ, ਅਤੇ ਜੀਵਨ ਜੋ ਹੈ ਸਮਰਪਿਤ ਕਰਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਰ ਵੇਲੇ ਤਤਪਰ ਰਹਿੰਦੀਆਂ ਨੇ। ਵੀਰ ਸੁਰਿੰਦਰ ਸਿੰਘ ਜੀ ਦੀ ਸ਼ਖਸੀਅਤ ਵੀ ਇਹੋ ਜਿਹੀ ਸ਼ਖਸੀਅਤ ਸੀ ਜਿਨ੍ਹਾਂ ਨੂੰ ਸ਼ਾਇਦ ਗੁਰੂ ਦੇ ਸ਼ਬਦ ਤੋਂ ਸੋਝੀ ਮਿਲ ਗਈ ਸੀ ਕਿ ਠੀਕ ਹੈ, ਗੁਰੂ ਦੀ ਸੇਵਾ ਹੈ ਬੜੀ ਮੁਸ਼ਕਲ, ਸੇਵਾ ਗਾਖੜੀ ਹੈ, ਪਰ ਇਹ ਗੱਲ ਵੀ ਜ਼ਰੂਰ ਹੈ ਕਿ ਜੇ ਕਦੇ ਨਿਰਮਲ ਜੀਵਨ ਬਣ ਕੇ ਕੋਈ ਸੇਵਾ ਕਰੇਗਾ ਤੇ ਉਹ ਸਦੀਵੀ ਤੌਰ ਦੇ ਉੱਤੇ ਜੀਵਤ ਰਹੇਗਾ, ਕਿਉਂਕਿ ਸਤਿਗੁਰਾਂ ਦੇ ਬਚਨ ਹਨ, ਸਤਿਗੁਰ ਕੀ ਸੇਵਰਾ ਕੀਨੀਆਂ ਹਰ ਨਾਮ ਨਾ ਲਗੋ ਪਿਆਰ, ਮਤ ਤੁਮ ਜਾਨੋ ਉਹ ਜੀਵ ਦੇ ਓਏ ਆਪ ਮਾਰੇ ਕਰਤਾਰ।
इस गल की सोझी हो गई सी कि भाई सतगुर की जे किते सेवा नहीं की, परमात्मा की बंदगी नहीं की, नाम सिमरन नहीं किया, तो फिर ये गल मत समझिए कि वो जिउंदे ने, वो जिउंदियां लाशां ने, वो आत्मक तौर के उत्ते मरे हुए ने। पर इहो जिहियां शख्सियतां जिन्हां ने अपना पूर्ण जीवन जो सी धन साहिब श्री गुरु ग्रंथ साहिब जी के फलसफे नूं प्रचारण ते प्रसारण विच ला दिता, अपने शरीर के रोग की परवाह नहीं की, अपनी आर्थिक तंगियां नूं रस्ते दे विच रुकावट नहीं बन दिता, पर अपना घर दे सारे सुख आराम जो सन एक पासे रख के अपनी आखिरी श्वास तक हर वेले दौड़ भज की धर्म प्रचार के वास्ते, कौम की चढ़ती कला वास्ते। ਅਤੇ मैं एक खास गल जरूर कहांगा कि वीर जी ने अपनी एक जो है वसीयत की सी, और उस वसीयत नूं लिखती तौर के उत्ते भी दिता कि मेरे संसार छड्डण तो बाद जो मेरा पिछे जो कारज है वो किस तरह करना, उसके अंदर कोई मनमत की गल ना होवे, गुरु अकीदे अनुसार, गुरु आशे अनुसार मेरा सारा जो पिछे का कारज है वो गुरमत अनुसार होवे। ਅਤੇ ਉਹਦੇ ਵਿੱਚ ਵੀਰ ਜੀ ਲਗਾਤਾਰ ਇੱਕ ਜੋ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਸਨ, ਅਤੇ ਉਹ ਰੋਜ਼ ਨੋਟ ਵੀ ਕਰਦੇ ਸਨ। ਤੇ ਪਤਾ ਨਹੀਂ ਕਿਤਨੇ ਪਾਠਾਂ ਦੀ ਉਹਨਾਂ ਨੇ ਸਮਾਪਤੀ ਕੀਤੀ, ਲੇਕਿਨ ਇੱਕ ਗੱਲ ਉਹ ਜ਼ਰੂਰ ਕਹਿੰਦੇ ਸਨ ਕਿ ਉਹ ਜੋ ਨੋਟ ਕੀਤਾ ਹੋਇਆ ਜਿੱਥੇ ਸਵਾਸਾਂ ਦੀ ਪੂੰਜੀ ਮੁੱਕੇਗੀ ਉਸ ਤੋਂ ਅੱਗੇ ਉਸੇ ਪਾਠ ਨੂੰ ਕਰਕੇ ਸਮਾਪਤੀ ਕੀਤੀ ਜਾਵੇ। ਮੈਂ ਬੇਨਤੀ ਕਰਾਂਗਾ ਕੌਮ ਨੂੰ, ਸਾਰਿਆਂ ਨੂੰ, कि ठीक है रब्बी रजा है, रब्बी पाना है, परमात्मा की रजा के अंदर कोई आ रहा है, परमात्मा की रजा च जा रहा है, पर इन्हां दे जीवन तो जरूर सेध लईए कि जिवें इन्हां ने आपा वारिया है, आपा समर्पण किया है, पूर्ण तौर के उत्ते सारा जीवन कौम के भले दे वास्ते, पंथ की चढ़ती कला वास्ते ला दिता। जे कदे असी भी अपने जीवन को समर्पित करिए। मैं किसी की जो है सुन रहा सी वीडियो कि कोई उन्होंने उन्होंने इंटरव्यू दिता, कहने लगे जी मेरी वसीयत जो है वो पहला एक बार मेरे तो वो वीडियो जो है तुसी जरूर अपने चैनल के उत्ते चला दिओ, क्योंकि मेरे जान तो बाद सारिਆਂ ਨੂੰ पता होवे मेरा कारज किवें होवे। ते फिर दूजी गल उन्होंने कहा कि मैं अगला जो तुहानूं इंटरव्यू देना है वो धन साहिब श्री गुरु ग्रंथ साहिब जी का सच दे विच सत्कार की है इस विषय के उत्ते देवांगा। पर बदकिस्मती रही कि वो वीर जी का इंटरव्यू नहीं हो सकिया। उस अकाल पुरख परमात्मा नूं जो मंजूर सी कुछ हो रही सी। मैं सारी अपनी कौम नूं बेनती करांगा कि आओ कोशिश करिए असी वीर सुरिंदर सिंह जी दे जो उन्होंने धर्म प्रचार दे विच अपना योगदान पाया उसको कदी ना भुलीए। उन्हों की जो सोच सी कि हर सिख गुरु नानक पातशाह का प्रचारक बन के संसार दे विच विचरे, हर सिख मनुखता की सेवा करे। वीर जी ने समाजिक भलाई के कामों के अंदर बहुत वड्डा योगदान पाया। असी एक बार आनंदपुर साहब समागम के उत्ते गए तो उत्थे आनंदपुर साहब के जो प्रॉपर गुरुद्वारा साहब है साडा तख्त केसगढ़ साहब, उसके अगे पिछे सिख वसों बड़ी घट है, लेकिन जो जिस इलाके में आनंदपुर साहब के उस उन्होंने का कैंप सी समागम सी साडा, इतनी संगत सी असी हैरान सी कि वीर जी तो पूछा वीर जी ये इन्नी संगत किवें आ गई, शाम नूं ट्रालियां भर के आउंदी है, पूरा दिन संगत आउंदी है। ते कहण लगे असी ये जिहड़े लागे दे जिन्ने पिंड ने सारियां दे विच एक एक घर दे विच गए, एक एक घर विच जाके उन्हां नूं समागम दे बारे दस्सिया, बेनती कीती है कि आप जी आओ आके समागम दे विच उल्ला हालो। इहनूं पंथ दा दर्द कहंदे ने, इहनूं जो है तड़प कहंदे ने। नहीं तो आम कर अजकल साडा समागम ते नगर कीर्तन हुंदे ने, संगत काम तेन है पैसे दिंदी है, आउटपुट कुछ हो रही है या नहीं हो रही, असी समागमां दे विच खचत हो जांदे आ। पर यह तड़प रखने वाले लोग सन जिन्हों के हिरदे के अंदर एक दर्द सी कि साडी कौम का एक एक धेला जो है वो भी कौम की चढ़ती कला वास्ते लगे, साडी कौम का एक एक जो मिनट है, एक एक पल जो है साडे जीवन का वो भी कौम की चढ़ती कला वास्ते लगे। सो मैं ज्यादा कुछ नहीं कह सकता, बस एक बेनती करांगा कि उन्होंने जीवन तो सेध लईए। रोगी होंदियां भी वीर जी की किडनीज जो सन ट्रांसप्लांट हो गई सन, 2-3-4 साल पहला उन्होंने किडनीज का रोग हो गया, लेकिन एक चीज जरूर असी महसूस करते सन कि अणथक सन। कभी उन्होंने असी ये नहीं सोचिया कि सुनिया उन्होंने तो कि भाई उन्होंने शरीर ढिला मट्ठा है तो किसी धर्म प्रचार के कारज किते प्रचार करने वास्ते पहुंचणगे नहीं। जिथों भी सदा आउंदा रहा उन्होंने अपने शरीर की परवाह नहीं की,
ਆਪਣੇ ਘਰ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਉਹ ਜ਼ਰੂਰ ਜੋ ਸਨ ਹਰ ਥਾਂ ਦੇ ਉੱਤੇ ਪਹੁੰਚਦੇ ਰਹੇ। ਇੱਕ ਬਹੁਤ ਵੱਡੀ ਤਰਫ ਸੀ। ਸਾਡੇ ਵਿੱਚ ਅੱਜ ਸਰੀਰਕ ਤੌਰ ਦੇ ਉੱਤੇ ਨਹੀਂ ਹਨ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਉਹਨਾਂ ਦੀ ਉਹ ਗਰਜਵੀਂ ਆਵਾਜ਼, ਉਹਨਾਂ ਦੇ ਸਟੇਜ ਦੇ ਉੱਤੋਂ ਜ਼ੋਰਦਾਰ ਵਿਦਵਤਾ ਭਰਪੂਰ ਉਹ ਭਾਸ਼ਣ, ਉਹਨਾਂ ਦੇ ਨਾਲ ਬੈਠ ਕੇ ਕੀਤੀਆਂ ਹੋਈਆਂ ਜਿਨ੍ਹਾਂ ਵੀ ਗੁਰਸਿੱਖਾਂ ਗੁਰਮੁਖਾਂ ਨੇ ਪ੍ਰਚਾਰ, ਲੋਕਾਂ ਨੇ ਜੋ ਹੈ ਵਿਚਾਰ ਕੀਤੀ, ਉਹ ਸਦੀਵੀ ਤੌਰ ਦੇ ਉੱਤੇ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਰਹੇਗੀ, ਸਾਡੀ ਸੁਰਤੀ ਦਾ ਹਿੱਸਾ ਰਹੇਗੀ। ਉਹਨਾਂ ਦੇ ਜੀਵਨ ਤੋਂ ਸੇਧ ਲਈਏ ਕਿ ਭਾਵੇਂ ਕੋਈ ਵੀ ਸਾਡੀ ਆਰਥਿਕ ਤੰਗੀਆਂ ਹੋਣ, ਸਰੀਰਕ ਰੋਗ ਹੋਣ, ਜਾਂ ਕੈਸੇ ਵੀ ਹਾਲਾਤ ਕਿਉਂ ਨਾ ਹੋਣ, ਕਿਉਂਕਿ ਜਿਹੜੇ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਨਿਕਲਦੇ ਨੇ ਉਹਨਾਂ ਦੇ ਰਸਤੇ ਦੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਬਣਦੀਆਂ। ਸਭ ਤੋਂ ਵੱਡੀ ਰੁਕਾਵਟ ਖੋਤੀ ਧਰਮੀ ਬਣ ਜਾਂਦੇ ਹਨ, ਉਹੀਓ ਰੋਕਣ ਦਾ ਯਤਨ ਕਰਦੇ ਹਨ। ਉਹਨਾਂ ਸਾਰੀਆਂ ਰੁਕਾਵਟਾਂ ਦੀ ਨਾ ਪਰਵਾਹ ਕਰਦੇ ਹੋਏ ਵੀਰ ਸੁਰਿੰਦਰ ਸਿੰਘ ਜੀ ਨੇ ਬਹੁਤ ਵੱਡੀ ਸੇਵਾ ਕੌਮ ਦੀ ਕੀਤੀ ਹੈ, ਜਿਸ ਨੂੰ ਅਸੀਂ ਕਦੀ ਵੀ ਭੁੱਲ ਨਹੀਂ ਸਕਦੇ। ਅਸੀਂ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਕਰਜ਼ਦਾਰ ਹਾਂ, ਜਿਨ੍ਹਾਂ ਨੇ ਧਰਮ ਪ੍ਰਚਾਰ ਦੇ ਵਿੱਚ ਉਹਨਾਂ ਨੂੰ ਖੁੱਲਾ ਸਮਾਂ ਦੇ ਕੇ, ਉਹਨਾਂ ਦੇ ਪਿੱਛੇ ਖੜੋ ਕੇ ਉਹਨਾਂ ਨੂੰ ਕੌਮ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਸ ਪਰਿਵਾਰ ਦੇ ਵੀ ਕਰਜ਼ਦਾਰ ਹਾਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਅਰਦਾਸ ਕਰਦੇ ਆ, ਸਤਿਗੁਰੂ ਬਖਸ਼ਿਸ਼ ਕਰਨ, ਵੀਰ ਸੁਰਿੰਦਰ ਸਿੰਘ ਜੀ ਦੀ ਆਤਮਿਕ ਜੋਤ ਨੂੰ ਆਪਣੀ ਪਰਮ ਜੋਤ ਵਿੱਚ ਲੀਨ ਕਰ ਲੈਣ। ਉਹਨਾਂ ਦੀ ਸੇਵਾ ਜੋ ਹੈ ਉਹ ਥਾਏ ਪਵੇ, ਉਹਨਾਂ ਦੀ ਸੇਵਾ ਪ੍ਰਵਾਨ ਹੋਵੇ। ਉਹਨਾਂ ਨੇ ਬਹੁਤ ਸੇਵਾ ਕਰਕੇ ਕਈ ਜੋ ਸਨ ਆਪਣੇ ਵਰਗੇ ਉਹਨਾਂ ਨੂੰ ਤਿਆਰ ਕਰਨ ਦਾ ਯਤਨ ਜੋ ਸੀ ਉਹ ਕੀਤਾ ਹੈ। ਅਸੀਂ ਸਾਰਿਆਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂਗੇ, ਉਹਨਾਂ ਦੀਆਂ ਦੱਸੀਆਂ ਹੋਈਆਂ ਲੀਹਾਂ ਦੇ ਉੱਤੇ ਚੱਲ ਕੇ ਅਸੀਂ ਕੌਮ ਦਾ ਭਲਾ ਕਰ ਸਕੀਏ। ਹਾਂਜੀ ਜੀ ਵੀਰ ਜੀ, ਤੁਸੀਂ ਬਹੁਤ ਹੀ ਜਿਹੜੇ ਕਹਿ ਸਕਦੇ ਆ ਕਿ ਵਡਮੁੱਲੇ ਵਿਚਾਰ ਨੇ ਜਿਹੜੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵਿੱਚ ਸਾਂਝੇ ਕੀਤੇ। ਜਿੱਦਾਂ ਤੁਸੀਂ ਇਹ ਵੀ ਗੱਲ ਕਹੀ ਕਿ ਨਿਸ਼ਕਾਮ ਸੇਵਾ ਕਰਨੀ ਇਸ ਜ਼ਮਾਨੇ ਦੇ ਵਿੱਚ, ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਔਖੀ ਹੈ। ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਧਰਮ ਪ੍ਰਚਾਰ ਪ੍ਰਸਾਰ ਦੇ ਵਿੱਚ ਨਿਸ਼ਕਾਮ ਕੀਤੀ ਹੈ, ਪੂਰੀ ਸੇਵਾ ਉਹਨਾਂ ਨੇ। ਤੇ ਤਾਂ ਹੀ ਅੱਜ ਮੈਂ ਇੱਕ ਇੰਟਰਵਿਊ ਦੇ ਦੌਰਾਨ, ਅੱਜ ਸਵੇਰੇ ਵੀ ਗੱਲ ਕਰ ਰਹੀ ਸੀ, ਇੱਕ ਇੰਟਰਵਿਊ ਦੇ ਦੌਰਾਨ ਮੈਂ ਵੀ ਇਹ ਗੱਲ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਣਾ ਨੂੰ ਆਪ ਕਹੀ ਸੀ। ਮੈਂ ਕਿਹਾ ਸੀ, ਵੀਰ ਜੀ ਵਾਹਿਗੁਰੂ ਪਰਮਾਤਮਾ ਨਾ ਤੁਹਾਨੂੰ ਲੰਬੀ ਉਮਰ ਦੇਣ, ਕਿਉਂਕਿ ਤੁਹਾਡੀ ਵਰਗੀਆਂ ਸ਼ਖਸੀਅਤਾਂ ਦੀ ਸਾਡੇ ਪੰਥ ਨੂੰ ਬਹੁਤ ਲੋੜ ਹੈ। ਜਦੋਂ ਉਹਨਾਂ ਨਾਲ ਗੱਲ ਕਰੀਦੀ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਗਿਆਨ ਦਾ ਸੋਮਾ ਨੇ, ਐਂ ਲੱਗਦਾ ਸੀ ਜਿਵੇਂ ਵਾਹਿਗੁਰੂ ਪਰਮਾਤਮਾ ਨੇ ਪਤਾ ਨਹੀਂ ਕਿੰਨੀ ਨੌਲੇਜ, ਇਹਨਾਂ ਨੂੰ ਕਿੰਨਾ ਜ਼ਿਆਦਾ ਗਿਆਨ ਦਿੱਤਾ ਹੋਇਆ, ਔਰ ਉਹ ਗਿਆਨ ਹਮੇਸ਼ਾ ਸਾਡੇ ਕੰਮ ਆਇਆ। ਔਰ ਬਹੁਤ ਵਧੀਆ ਆਪੇ ਵੀ ਜਿਵੇਂ ਮੈਂ ਗੱਲ ਕੀਤੀ, ਔਰ ਤੁਹਾਡੇ ਥਰੂ ਹੀ, ਤੁਹਾਡੇ ਕਰਕੇ ਹੀ ਆਪਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਜਿਹੜੀ ਆਪਣੀ ਜਾਣ ਪਛਾਣ ਹੋਈ ਸੀ, ਔਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ। ਔਰ ਜੋ ਉਹਨਾਂ ਨੇ ਸਾਡਾ ਸਾਥ ਦਿੱਤਾ ਆਪਾਂ ਉਹਨੂੰ ਭੁੱਲ ਨਹੀਂ ਸਕਦੇ। ਬਹੁਤ ਥਾਵਾਂ ਦੇ ਉੱਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ। ਬਹੁਤ ਸਾਰੀ ਜਾਣਕਾਰੀ ਮੈਂ ਪ੍ਰਿੰਸੀਪਲ ਸੁਰਿੰਦਰ ਜੀ ਜੋ ਦੋ ਚੈਨਲ ਦੇ ਉੱਤੇ ਅਨੰਦਪੁਰ ਸਾਹਿਬ ਤੋਂ ਜੋ ਸਾਡੇ ਪ੍ਰਚਾਰਕ ਨੇ ਨਾ, ਉਹ ਸਾਰੀ ਉਹਨਾਂ ਦੀ ਦੇਣ ਹੈ। ਤੇ ਫਿਰ ਵੱਡੀ ਗੱਲ, ਜਦੋਂ ਕਿਸੇ ਨੇ ਉਹਨਾਂ ਨੂੰ ਕਿਹਾ, ਕਹਿਣ ਲੱਗੇ ਜੀ ਮੇਰੀ ਵਸੀਅਤ ਜੋ ਹੈ ਉਸ ਦਾ ਵੀਡੀਓਗ੍ਰਾਫੀ ਕਰਕੇ ਉਹਨੂੰ ਚੈਨਲਸ ਦੇ ਉੱਤੇ ਚਲਾ ਦਿਓ, ਸਵਾਸਾਂ ਦਾ ਕੋਈ ਪਤਾ ਨਹੀਂ। ਉਹ ਕਹਿਣ ਲੱਗੇ ਵੀਰ ਜੀ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ? ਕਹਿਣ ਲੱਗੇ ਨਹੀਂ, ਸਵਾਸਾਂ ਦਾ ਕੋਈ ਪਤਾ ਨਹੀਂ, ਕਿਹੜੇ ਵੇਲੇ ਪੂੰਜੀ ਜੋ ਹੈ ਸਵਾਸਾਂ ਦੀ ਖਤਮ ਹੋ ਜਾਵੇ। ਸੋ ਇਸ ਕਰਕੇ ਅਸੀਂ ਇਹ ਗੱਲ ਜ਼ਰੂਰ ਮਹਿਸੂਸ ਕਰਦੇ ਹਾਂ, ਜਿਵੇਂ ਆਪ ਜੀ ਨੇ ਕਿਹਾ ਕਿ ਮੈਂ ਜੋ ਉਹਨਾਂ ਦੇ ਲੈਕਚਰ ਆਪ ਜੀ ਦੇ ਚੈਨਲ ਤੋਂ ਅਸੀਂ ਸਰਵਣ ਕੀਤੇ ਸਨ, ਜਾਂ ਹੋਰ ਥਾਵਾਂ ਦੇ ਉੱਤੇ ਸਰਵਣ ਕੀਤੇ, ਵਿਦਵਤਾ ਦੀ ਕੋਈ ਘਾਟ ਨਹੀਂ ਸੀ, ਪਰ ਅੱਜ ਵੀ ਖੋਜੀ ਸਨ, ਅੱਜ ਵੀ ਦਿਨ ਰਾਤ ਜੋ ਸਨ ਉਹ ਪੰਥ ਦੇ ਭਲੇ ਵਾਸਤੇ ਫੌਜ ਵਿੱਚ ਲੱਗੇ ਰਹਿੰਦੇ ਸਨ। ਜੀ ਵੀਰ ਜੀ, ਇਹ ਤੇ ਗੱਲ ਹੈ ਕਿ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆ ਹੈ ਨਹੀਂ ਪੂਰਾ ਹੋ ਸਕਦਾ, ਲੇਕਿਨ ਉਹਨਾਂ ਦੀਆਂ ਕਹੀਆਂ ਗੱਲਾਂ ਨੂੰ, ਉਹਨਾਂ ਦੇ ਕਹੇ ਬੋਲਾਂ ਨੂੰ, ਉਹਨਾਂ ਦੀ ਦਿੱਤੀ ਸਾਨੂੰ ਸਿੱਖਿਆਵਾਂ ਨੂੰ ਅਸੀਂ ਨਾਲ ਲੈ ਲੈ ਕੇ ਜਦੋਂ ਚੱਲਾਂਗੇ ਤਾਂ ਆਪਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਉਹਨਾਂ ਨੂੰ ਆਪਣੇ ਨਾਲ ਹੀ ਮਹਿਸੂਸ ਕਰਾਂਗੇ, ਕਿਉਂਕਿ ਬਹੁਤ ਕੁਝ ਸਾਨੂੰ ਸਿਖਾ ਕੇ ਗਏ ਨੇ, ਬੜੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ। ਤੇ ਇੱਕ ਵਾਰ ਫਿਰ ਤੋਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।